ਅੱਜ ਤੁਹਾਡੇ ਨਾਲ ਗੱਲ ਕਰਨੀ ਸੀ ਕਿਉਂਕਿ ਕਈ ਮੁੱਦੇ ਐਸੇ ਹੁੰਦੇ ਆ ਜਿਨ੍ਹਾਂ ਨੂੰ ਜਦੋਂ ਅਸੀਂ ਚੁੱਪ ਕਰ ਜਾਂਦੇ ਆ ਤੇ ਲੋਕੀ ਵੀ ਸੱਚ ਮੰਨਣ ਲੱਗ ਜਾਂਦੇ ਆ, ਔਰ ਜਿਹੜੇ ਝੂਠ ਬੋਲਣ ਵਾਲੇ, ਅਫਵਾਹਾਂ ਫੈਲਾਉਣ ਵਾਲੇ ਜਾਂ ਕੁਫਰ ਤੋਲਣ ਵਾਲੇ ਹੁੰਦੇ ਆ ਉਹਨਾਂ ਦੇ ਵੀ ਹੌਸਲੇ ਹੋਰ ਵੱਧਦੇ ਆ। ਇਸ ਗੱਲ ਦਾ ਮੈਨੂੰ ਅਹਿਸਾਸ ਉਦੋਂ ਹੋਇਆ ਜਦੋਂ ਸਾਡੇ ਇੱਕ ਪਾਰਟੀ ਦੇ ਬਹੁਤ ਵਧੀਆ ਵਰਕਰ ਨੇ ਔਰ ਪਿੰਡ ਲੈਵਲ ਦੇ ਵਰਕਰ ਨੇ ਫੋਨ ਕਰਕੇ ਜਦੋਂ ਦੱਸਿਆ ਕਿ ਇੱਕ ਕੋਈ ਜੋਗਾ ਸਿੰਘ ਚੱਪੜ ਨਾਂ ਦਾ ਬੰਦਾ ਹੈ ਜਿਹਨੇ ਪਹਿਲਾਂ ਵੀ 2-3 ਵਾਰੀ ਵੀਡੀਓ ਪਾ ਕੇ ਮੇਰੇ ਖਿਲਾਫ ਬੋਲਿਆ ਤੇ ਮੈਂ ਕੋਈ ਬਹੁਤਾ ਉਹਨੂੰ ਸੀਰੀਅਸਲੀ ਨਹੀਂ ਲਿਆ ਕਿਉਂਕਿ ਕੋਈ ਐਡਾ ਵੱਡਾ ਬੰਦਾ ਨਹੀਂ, ਨਾ ਹੀ ਕਿ ਉਹਦੀਆਂ ਗੱਲਾਂ ਦੇ ਵਿੱਚ ਤੱਥ ਕੋਈ ਇਹੋ ਜਿਹੇ ਸੀਗੇ ਜਿਨ੍ਹਾਂ ਦਾ ਜਵਾਬ ਦੇਣਾ ਪੈਂਦਾ ਸੀ। ਪਰ ਅੱਜ ਉਸ ਸੱਜਣ ਦੀ, ਸਾਡੇ ਦੀ ਵਰਕਰ ਦੀ ਇੱਕ ਗੱਲ ਨੇ ਮੈਨੂੰ ਬੜਾ ਦਿਲ ਤੋਂ ਝੰਜੋੜਿਆ ਔਰ ਮੈਂ ਬੇਨਤੀ ਕਰੂੰਗਾ ਪਾਰਟੀ ਦੇ ਸਾਰੇ ਵਰਕਰਾਂ ਨੂੰ, ਇਹ ਤਾਂ ਚਲੋ ਮੇਰੀ ਗੱਲ ਹੈ, ਮੈਂ ਜਵਾਬ ਦੇਵਾਂਗਾ। ਪਾਰਟੀ ਦੇ ਕਿਸੇ ਵੀ ਲੀਡਰ ਦੇ ਉੱਤੇ, ਪਾਰਟੀ ਦੇ ਉੱਤੇ ਜਦੋਂ ਵੀ ਕੋਈ ਅਫਵਾਹਾਂ ਫੈਲਾਉਂਦਾ, ਝੂਠ ਫੈਲਾਉਂਦਾ ਜਾਂ ਕੁਫਰ ਤੋਲਦਾ ਤਾਂ ਉਹਦਾ ਤੁਰੰਤ ਜਵਾਬ ਦਿਆ ਕਰੋ। ਉਸ ਸਿਆਣੇ ਸੂਝਵਾਨ ਸੱਜਣ ਨੇ ਮੈਨੂੰ ਕੀ ਕਿਹਾ ਕਿ ਤੁਸੀਂ ਪਹਿਲਾਂ ਇਸੇ ਗੱਲ ਨਾਲ ਮਰੇ ਹੋ, ਭਾਵੇਂ ਕੋਈ ਵੀ ਮੁੱਦਾ ਸੀ, ਬੇਅਦਬੀ ਦਾ, ਨਸ਼ਿਆਂ ਦਾ, ਕੋਈ ਤੁਹਾਡੇ ਤੇ ਕੋਈ ਐਲੀਗੇਸ਼ਨ ਲੱਗ ਗਿਆ, ਤੁਸੀਂ ਘਰੇ ਬੈਠੇ ਸਮਝਦੇ ਸੀ ਕਿ ਅਸੀਂ ਸੱਚੇ ਆ ਤੇ ਸਾਨੂੰ ਇਹਨਾਂ ਗੱਲਾਂ ਦਾ ਜਵਾਬ ਦੇਣ ਦੀ ਕੀ ਲੋੜ ਹੈ। ਲੋਕ ਜਿਹੜੇ ਹੈਗੇ ਆ ਉਹ ਜੇ ਤੁਸੀਂ ਅੱਗੋਂ ਡਿਫੈਂਡ ਨਹੀਂ ਕਰੋਗੇ, ਅੱਗੋਂ ਜਵਾਬ ਨਹੀਂ ਦਿਓਗੇ ਤੇ ਲੋਕ ਸੱਚ ਮੰਨ ਲੈਂਦੇ ਆ। ਕੁਫਰ ਤੋਲਣ ਵਾਲੇ, ਅਫਵਾਹਾਂ ਫੈਲਾਉਣ ਵਾਲੇ, ਝੂਠ ਬੋਲਣ ਵਾਲੇ ਲੋਕ ਇਸੇ ਕਰਕੇ ਕਾਮਯਾਬ ਹੋ ਜਾਂਦੇ। ਇਸ ਕਰਕੇ ਮੈਨੂੰ ਅੱਜ ਆਪਣੇ ਇੱਕ ਮੁੱਦੇ ਤੇ ਜਿਹੜਾ ਹੈਗਾ ਜਵਾਬ ਦੇਣ ਲਈ ਮੈਂ ਜੋਗਾ ਸਿੰਘ ਚੱਪੜ ਨੂੰ ਮੈਂ ਇਹ ਤੁਹਾਡੇ ਨਾਲ ਗੱਲ ਸਾਂਝੀ ਕਰ ਰਿਹਾ। ਮੈਂ ਇੱਕ ਬੇਨਤੀ ਕਰਦੇ ਆ, ਚੱਪੜ ਸਾਹਿਬ ਤੁਹਾਡਾ ਤਾਂ ਏਰੀਆ ਮੇਰੇ ਨਾਲ ਰਲਦਾ ਨਹੀਂਗਾ, ਮੈਨੂੰ ਪਤਾ ਕਿਵੇਂ ਤੁਸੀਂ ਮੇਰੇ ਰਾਹੀਂ ਉਸ ਟਾਈਮ ਤੇ ਨਾਲ ਜੁੜੇ ਸੀਗੇ ਮਨਪ੍ਰੀਤ ਦੇ, ਇਹ ਗੱਲਾਂ ਦਾ ਸਾਰੀਆਂ ਦਾ ਅਹਿਸਾਸ ਹੈ। ਮੇਰੇ ਇਲਾਕੇ 'ਚ ਰਹਿਣ ਵਾਲੇ ਲੋਕਾਂ ਨੂੰ ਮੇਰੇ ਬਾਰੇ ਪਤਾ ਹੈ ਕਿ ਮੈਂ ਕੀ ਹੈਗਾ, ਪਰ ਮੈਂ ਇੱਕ ਸਿਰਫ ਤੈਨੂੰ ਦੱਸ ਦੇਣਾ ਗੱਲ ਕਿ ਤੂੰ ਆਂਢ ਗੁਆਂਢ ਆਪਦੇ ਕਿਸੇ ਪੜ੍ਹੇ ਲਿਖੇ ਸੱਜਣ ਨੂੰ, ਵਕੀਲ ਨੂੰ, ਪਟਵਾਰੀ, ਤਹਿਸੀਲਦਾਰ ਨੂੰ ਪੁੱਛ ਲਈ ਕਿ ਮੇਰੇ ਬਾਪ ਹੋਰੀ 5 ਭਰਾ ਸੀ, ਫਿਰ ਵੀ ਜਿਹੜੀ ਸਾਡੀ ਜ਼ਮੀਨ ਸੀ ਉਹ ਸਰਪਲਸ 'ਚ ਨਿਕਲੀ ਸੀ। ਇੰਨੇ ਕੁ ਗਰੀਬ ਅਸੀਂ ਹੈਗੇ ਆ ਕਿ ਮੇਰੇ ਦਾਦੇ ਹੋਣ ਦੇ ਬਾਵਜੂਦ, 5 ਉਹਨਾਂ ਦੇ ਬੇਟੇ ਹੋਣ ਦੇ ਬਾਵਜੂਦ ਵੀ ਸਾਡੀ ਜ਼ਮੀਨ ਸਰਪਲਸ 'ਚ ਨਿਕਲੀ ਸੀ। ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੇ ਕੁ ਗਰੀਬ ਹੈ। ਮੈਂ ਕੋਈ ਬਹੁਤਾ ਅਮੀਰ ਨਹੀਂ, ਨਾ ਹੀ ਮੈਂ ਅੱਜ ਅਮੀਰ ਹੈ, ਨਾ ਮੈਂ ਅਮੀਰੀ ਦਾ ਕਦੇ ਕੋਈ ਝਾਕ ਰੱਖੀ ਹੈ। ਮੈਂ ਤੁਹਾਨੂੰ ਇੱਕ ਗੱਲ ਕਰਦੇ ਹਾਂ, ਮੈਂ ਇੱਕ ਚੰਗੇ ਇਮਾਨਦਾਰ ਜੱਟ ਦਾ ਪੁੱਤ ਹਾਂ ਔਰ ਮਿਹਨਤ ਮੇਰੇ ਹੱਡਾਂ 'ਚ ਰਚੀ ਹੋਈ ਹੈ ਔਰ ਮੈਂ ਤੇਰੇ ਕਰਕੇ ਜਾਂ ਕਿਸੇ ਦੇ ਸਹਾਰੇ ਨਹੀਂ ਤੁਰਿਆ ਜਾਂ ਕਿਸੇ ਦੇ ਵੀ, ਮੈਂ ਆਪਦੇ ਹੱਡਾਂ ਨਾਲ ਮਿਹਨਤ ਕਰਕੇ ਇੱਥੇ ਪਹੁੰਚਿਆ ਔਰ ਕੰਮ ਕਰਨ ਦਾ ਮੈਨੂੰ ਸ਼ੌਕ ਹੈ। ਸ਼ੌਕ ਕਿਵੇਂ ਹੈਗਾ, 5ਵੀਂ 6ਵੀਂ 'ਚ ਪੜ੍ਹਦਿਆਂ ਜਦੋਂ ਮੈਨੂੰ ਖੇਤੀ ਦੇ ਨਾਲ ਆਪਦੇ ਪਿਤਾ ਜੀ ਨਾਲ ਜਾਣਾ ਪੈਂਦਾ ਸੀ ਤਾਂ ਭਾਵੇਂ ਸੂਰਜਮੁਖੀ ਪਿੰਡ ਦੇ ਵਿੱਚ ਪਹਿਲਾਂ ਉਗਾਉਣਾ, ਭਾਵੇਂ ਨਾਲ ਕਿੱਲਾ 2 ਕਿੱਲੇ ਬਾਕੀ ਖੇਤੀ ਦੇ ਨਾਲ ਲਸਣ ਬੀਜਣੀ, ਮਿਰਚਾਂ ਲਾਉਣੀਆਂ ਵਗੈਰਾ ਵਗੈਰਾ, ਖੇਤੀ ਦੇ ਵਿੱਚ ਮੇਰਾ ਇੰਟਰਸਟ ਸੀ ਕਿ ਮੈਂ ਲੋਕਾਂ ਨਾਲੋਂ ਵੱਖਰਾ ਕੀ ਕਰਾਂ। ਜਦੋਂ ਮੇਰੇ ਮਾਂ-ਬਾਪ ਨੇ ਮੈਨੂੰ ਬਠਿੰਡੇ ਪੜ੍ਹਨ ਪਾਤਾ ਕਾਲਜ ਦੇ ਵਿੱਚ, ਤੇ ਜੇ ਮੈਂ 40 ਕਿਲੋਮੀਟਰ ਬੱਸ ਤੇ ਚੜ੍ਹ ਕੇ ਜਾਂਦਾ ਸੀ ਤਾਂ ਮੈਂ ਇੱਕ ਚੀਜ਼ ਸੋਚਦਾ ਸੀ ਕਿ ਜਿਹੜੀ ਸੜਕ ਤੇ ਬੱਸ ਤੁਰੀ ਜਾਂਦੀ ਹੈ ਇਹ ਵੀ ਤਾਂ ਕਿਸੇ ਬੰਦੇ ਨੇ ਬਣਾਈ ਹੈ। ਉਹ ਸਾਹਮਣੇ ਖੇਤਾਂ ਦੇ ਵਿੱਚ ਕਿਸਾਨ ਫਸਲ ਦਾ ਪਾਣੀ ਲਾਉਂਦਾ ਫਿਰਦਾ ਹੈ ਤੇ ਜਿਹੜਾ ਪਾਣੀ ਉਹਦੇ ਰਾਹੀਂ ਆ ਰਿਹਾ ਉਹ ਵੀ ਤਾਂ ਕਿਸੇ ਖਾਲੇ ਰਾਹੀਂ ਆ ਰਿਹਾ। ਇਹ ਕੰਮ ਮੈਂ ਕਿਉਂ ਨਹੀਂ ਕਰ ਸਕਦਾ? ਜਦੋਂ ਮੈਂ ਵੱਡਾ ਹੋਇਆ ਮੈਂ ਜ਼ਰੂਰ ਕਰੂੰਗਾ ਜਦੋਂ ਮੈਂ ਪੜ੍ਹ ਲਿਖ ਗਿਆ ਪੂਰਾ। ਇਸ ਕਰਕੇ ਮੈਂ ਪੜ੍ਹਦਿਆਂ ਵੀ ਆਪਦੀ ਜ਼ਿੰਦਗੀ ਦੇ ਵਿੱਚ ਕੰਮ ਬਹੁਤ ਕੀਤੇ ਆ। ਮੈਂ ਤੁਹਾਨੂੰ ਇੱਕ ਦੱਸ ਦਿਆਂ, ਖਰਗੋਸ਼ ਪਾਲਣ ਦੀ ਟ੍ਰੇਨਿੰਗ ਮੈਂ ਲੈ ਕੇ ਖਰਗੋਸ਼ ਪਾਲੇ। ਜੇ ਕਹਿ ਲਈਏ ਕਿ ਜਿਹੜਾ ਪੜ੍ਹਦਿਆਂ ਦੇ ਦੌਰਾਨ ਹੀ ਇੱਕ ਕੱਚੇ ਕੋਲੇ ਤੋਂ ਲੱਕੜੀ ਤੋਂ ਕੋਲਾ ਬਣਦਾ ਸੀ, ਉਹ ਵੀ ਮੈਂ ਪੜ੍ਹਦਿਆਂ ਦੇ ਦੌਰਾਨ ਹੀ ਭੱਠੀਆਂ ਲਾ ਕੇ ਦਿੱਲੀ ਤੱਕ ਵੇਚ ਕੇ ਆਉਂਦਾ ਸੀ। ਇਹ ਵੀ ਮੇਰੇ ਆਪਦੇ 10 ਨੌਂ ਦੀ ਕਿਰਤ ਸੀ। ਮੈਂ ਕੋਈ ਲੁੱਟ ਖੋਹ ਨਹੀਂ ਕੀਤੀ ਕਦੇ। ਚੱਪੜ ਸਾਹਿਬ ਕਦੇ ਪੜਤਾਲ ਕਰ ਲਿਓ, ਐਵੇਂ ਫਾਲਤੂ ਦਾ ਬਕਵਾਸ ਨਹੀਂ ਕਿਸੇ ਪ੍ਰਤੀ ਕਰੀਦਾ ਹੁੰਦਾ, ਆਪਦੀ ਔਕਾਤ 'ਚ ਰਹੀਦਾ ਹੁੰਦਾ। ਤੁਹਾਡੀ ਗੱਲ ਤੇ ਮੈਂ ਬਾਅਦ 'ਚ ਆਉਣਾ। ਤਾਂ ਉਹ ਇਸੇ ਤਰ੍ਹਾਂ ਜੇ ਮੈਂ ਹਾਲੇ ਤੱਕ BA ਦੇ ਪੇਪਰ ਨਹੀਂ ਦਿੱਤੇ ਸੀ ਤਾਂ ਗਿੱਦੜਵਾ ਜਿਹੜਾ ਇੱਕ 7 ਫੋਟੋ ਨਸਵਾਰ ਵਾਲੇ ਸਾਡੇ ਸੇਠ ਹੈਗੇ ਆ, ਬਹੁਤ ਅਮੀਰ ਹੈ, ਉਹਨਾਂ ਦਾ ਇੱਕ ਫਿਲਟਰ ਦਾ ਯੂਨਿਟ ਸੀ ਜਿਹਦੇ 'ਚ ਸਾਰੇ ਗੱਡੀਆਂ, ਟਰੈਕਟਰਾਂ, ਕਾਰਾਂ, ਜੀਪਾਂ, ਟਰੱਕਾਂ, ਬੱਸਾਂ ਦੇ ਸਭ ਦੇ ਡੀਜ਼ਲ ਤੇ ਐਲ ਦੇ ਫਿਲਟਰ ਬਣਦੇ ਸੀ। ਉਹ ਅਸੀਂ ਯੂਨਿਟ ਖਰੀਦਿਆ, ਸਾਡੇ ਪਿੰਡ ਦੇ ਹੀ ਅਮਰ ਸਿੰਘ ਤੇ ਅਸੀਂ 2 ਪਰਿਵਾਰਾਂ ਨੇ ਰਲ ਕੇ ਖਰੀਦਿਆ ਔਰ ਉਹਨੂੰ ਵੀ ਮੈਂ ਬੜਾ ਕਾਮਯਾਬੀ ਨਾਲ ਚਲਾਇਆ। ਔਰ ਕਾਮਯਾਬੀ ਨਾਲ ਚਲਾਉਣ ਤੋਂ ਬਾਅਦ 95 ਦਾ ਬਾਈ ਇਲੈਕਸ਼ਨ ਆ ਗਿਆ। ਮੇਰੇ ਪਿਓ ਦਾਦੇ ਤੋਂ ਲਾ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨਾਲ ਕੰਮ ਕਰਦੇ ਸੀ, ਕੋਈ ਮੈਂ ਨਵਾਂ ਨਹੀਂ ਕੰਮ ਕਰਨ ਲੱਗਾ ਸੀ। ਜੋ ਪਾਰਟੀ ਦੀ ਸਾਡੀ ਰੀਤ ਸੀ, ਜੋ ਪਰਿਵਾਰ ਦੀ ਰੀਤ ਸੀ, ਉਸੇ ਨੂੰ ਅੱਗੇ ਵਧਾਇਆ। 95 ਤੋਂ ਬਾਅਦ ਮੈਂ ਫਿਰ ਆਪਦਾ ਬਾਈ ਇਲੈਕਸ਼ਨ ਜਿੱਤਣ ਤੋਂ ਬਾਅਦ ਮੈਂ ਆਪਣੇ ਕੰਮ 'ਚ ਪੈ ਗਿਆ। 96 ਦੇ ਵਿੱਚ ਫਿਰ ਜਿਹੜਾ ਸੀਗਾ ਮੈਂਬਰ ਪਾਰਲੀਮੈਂਟ ਦਾ ਇਲੈਕਸ਼ਨ ਆ ਗਿਆ। ਜਦੋਂ ਮੈਂਬਰ ਪਾਰਲੀਮੈਂਟ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਪਹਿਲੀ ਵਾਰੀ ਲੜਦੇ ਆ ਤੇ ਮੈਂ ਗਿੱਦੜਵਾ ਦਫ਼ਤਰ ਸੰਭਾਲਿਆ। ਦਫ਼ਤਰ ਸੰਭਾਲਣ ਤੋਂ ਲਾ ਕੇ ਅੱਜ ਤੱਕ ਮੈਂ ਭਾਵੇਂ ਕਿਤੇ ਨੌਕਰੀ 'ਚ ਰਿਹਾ ਜਾਂ ਕਿਤੇ ਰਿਹਾ, ਮੈਂ ਪਾਰਟੀ ਦਾ ਕੰਮ ਕਰਦਾ ਰਿਹਾ। ਇੱਕ ਗੱਲ ਮੈਂ ਸਪਸ਼ਟ ਕਰ ਦਿਆਂ,
ਮਨਪ੍ਰੀਤ ਨਾਲ ਜਾਣਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਗਿੱਦੜਵੇ ਦੇ ਲੋਕਾਂ ਦੀ ਉਹਨਾਂ ਨਾਲ ਬਾਂਹ ਫੜਾਈ ਸੀ, ਔਰ ਜਿੱਥੋਂ ਤੱਕ ਤੁਰਿਆ ਗਿਆ ਜਦੋਂ ਉਹਨਾਂ ਨੇ ਮੇਰੇ ਨਾਲ ਕੋਈ ਆੜ ਵਿਗਾੜ ਪਾਇਆ, ਮੈਂ ਉਸ ਗੱਲ 'ਚ ਜਾਣਾ ਨਹੀਂ ਚਾਹੁੰਦਾ। ਤਾਂ ਮੇਰੇ ਕੋਲੇ ਦੂਜੀਆਂ ਪਾਰਟੀਆਂ ਦੀਆਂ ਵੀ ਆਫਰਾਂ ਸੀ, ਪਰ ਨਾ, ਜੋ ਮੇਰੇ ਖੂਨ 'ਚ ਹੈ, ਮੈਂ ਸ਼੍ਰੋਮਣੀ ਅਕਾਲੀ ਦਲ 'ਚ ਹੀ ਆਇਆ। ਇੱਕ ਗੱਲ, ਤੂੰ ਕਦੇ ਪਰਚਿਆਂ ਦੀ ਗੱਲ ਕਰਦਾ, ਕਦੇ ਕੁਛ ਕਰਦਾ। ਤੇ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਵੇਲੇ ਜਦੋਂ ਮੈਂ ਤਹਿਸੀਲਦਾਰ ਵੀ ਸੀਗਾ, ਉਦੋਂ ਵੀ 4-5 ਪਰਚੇ ਮੇਰੇ ਤੇ ਹੋਏ ਸੀ। ਮੈਂ ਤਾਂ ਕਦੇ ਕਿਸੇ ਦੇ ਬੂਹੇ ਤੇ ਨਹੀਂ ਖੜਿਆ। ਇਸ ਕਰਕੇ ਇਹ ਇੰਟਰਨਲ ਮਾਮਲਾ ਸੀ ਮਨਪ੍ਰੀਤ ਦਾ ਨਾਲ ਲੜਾਈ ਹੋਣਾ, ਤੇ ਵਾਪਸ ਮੈਂ ਆਪਦੀ ਮਾਂ ਪਾਰਟੀ 'ਚ ਆਇਆ। ਇੱਕ ਗੱਲ ਪਹਿਲਾਂ ਤਾਂ ਮੈਂ ਕਲੀਅਰ ਕਰ ਦਿਆਂ, ਇਹੋ ਜਿਹੀਆਂ ਗੱਲਾਂ ਬਾਤਾਂ ਕੋਈ ਬਹੁਤਾ ਡਰਾਉਣ ਧਮਕਾਉਣ ਫਲਾਨਾ ਧਮਕਾ ਜੋ ਤੁਸੀਂ ਵਧਾ ਕੇ ਕਰਦੇ, ਮੈਂ ਉਸ ਕਿਸਮ ਦਾ ਬੰਦਾ ਨਹੀਂ ਮੈਂ, ਕਿਉਂਕਿ ਉਹ ਲਾਲਚੀ ਲੋਕਾਂ ਨੂੰ ਡਰ ਹੁੰਦਾ, ਮੈਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਸੀਗਾ। ਪਰ ਇਹ ਜ਼ਰੂਰ ਸੀਗਾ ਕਿ ਮੈਂ ਜੇ ਪੋਲਿਟਿਕਸ ਕਰਨੀ ਹੈ ਤਾਂ ਫਿਰ ਮੈਂ ਆਪਦੀ ਪਾਰਟੀ 'ਚ ਆ ਕੇ ਕਰਨੀ। ਤਾਂ ਇਹ ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਹੈਗੀਆਂ, ਪਰ ਜਿਹੜਾ ਬੰਦਾ ਕਿਸੇ ਤੇ ਉਂਗਲ ਖੜੀ ਕਰਦਾ, ਉਹ ਪਹਿਲਾਂ ਆਪਣੇ ਆਪ 'ਚ ਤਾਂ ਦੇਖ ਲੈਣਾ ਵੀ ਉਹਦਾ ਆਪ ਦਾ ਕਿਰਦਾਰ ਕੀ ਹੈ। ਮੈਂ ਲੋਕਾਂ ਨੂੰ ਦੱਸ ਦਿਆਂ ਥੋੜਾ ਜਿਹਾ ਤੇਰੇ ਬਾਰੇ। 2009 ਤੱਕ ਤੂੰ ਸ਼੍ਰੋਮਣੀ ਅਕਾਲੀ ਦਲ 'ਚ ਹੀ ਸੀਗਾ, ਕੋਈ ਛੋਟੀ ਮੋਟੀ ਅਹੁਦੇਦਾਰੀ ਵੀ ਤੇਰੇ ਕੋਲੇ ਸੀਗੀ। ਤੂੰ ਕੋਈ ਐਸੀ ਹਰਕਤ ਕੀਤੀ, ਐਸਾ ਕੋਈ ਗਲਤ ਕੰਮ ਕਰ ਲਿਆ 2009 ਦੇ ਵਿੱਚ ਗੁਰਦੁਆਰਾ ਸ਼੍ਰੀ ਦੂਖ ਨਿਵਾਰਨ ਸਾਹਿਬ, ਤੈਨੂੰ ਸਾਰੀ ਸੰਗਤ ਨੇ, ਸੰਗਤ ਭਰੀ ਦੇ ਵਿੱਚ ਤੈਨੂੰ ਉੱਥੇ ਜੁੱਤੀਆਂ ਮਾਰੀਆਂ ਗਈਆਂ, ਕੱਪੜੇ ਪਾੜ ਦਿੱਤੇ ਗਏ, ਬਦਕਿਸਮਤੀ ਨਾਲ ਜਿਹੜੀ ਕਿ ਸਾਡੀ ਸਿੱਖਾਂ ਦੀ ਚਿੰਨ ਦਸਤਾਰ ਹੈ, ਤੂੰ ਉਹ ਵੀ ਨਹੀਂ ਬਚਾ ਪਾਇਆ ਸੀ ਉੱਥੇ। ਉਹ ਤੇਰਾ ਹਾਲ ਹੋਇਆ ਸੀ ਜਿਹੜਾ ਕਿ ਤੂੰ, ਮੇਰਾ ਖਿਆਲ ਹੈ ਕਿ ਕਈ ਦਿਨ ਰੌਲਾ ਪਾਉਂਦਾ ਫਿਰਿਆ, ਕਈ ਦਿਨ ਅਖਬਾਰਾਂ 'ਚ ਪਤਾ ਨਹੀਂ ਕੀ ਕੁਝ ਕਰਦਾ ਫਿਰਿਆ। ਉਹਦੇ ਬਾਰੇ ਵੀ ਲੋਕਾਂ ਨੂੰ ਫਿਰ ਦੱਸ ਦੇ। ਫਿਰ ਤੂੰ ਉਦੋਂ ਬਾਅਦ ਕਾਂਗਰਸ 'ਚ ਚਲਾ ਗਿਆ, ਜਦੋਂ ਪੀਪੀ ਬਣੀ ਫਿਰ ਤੂੰ ਕਾਂਗਰਸ ਛੱਡ ਕੇ ਫਿਰ ਮਨਪ੍ਰੀਤ ਨਾਲ ਆ ਗਿਆ, ਫਿਰ ਮਨਪ੍ਰੀਤ ਨੂੰ ਛੱਡ ਕੇ ਤੂੰ ਆਮ ਆਦਮੀ ਪਾਰਟੀ ਚਲਾ ਗਿਆ। ਉੱਥੇ ਕੋਈ ਨਿਊਜ਼ੀਲੈਂਡ 'ਚੋਂ ਕੀਤੇ ਹੋਏ ਫੰਡ ਇਕੱਠਿਆਂ ਦਾ ਰੌਲਾ ਪਿਆ ਕਿ ਪਤਾ ਨਹੀਂ ਕੀ ਪਿਆ, ਮੈਨੂੰ ਤਾਂ ਪੂਰੀ ਗੱਲ ਦਾ ਵੀ ਨਹੀਂ ਪਤਾ। ਪਰ ਤੂੰ ਇਹ ਹੈਗਾ ਵੀ ਆਮ ਆਦਮੀ ਪਾਰਟੀ ਛੱਡਤੀ ਤੇ ਛੋਟੇਪੁਰ ਨਾਲ ਚਲਾ ਗਿਆ। ਛੋਟੇਪੁਰ ਨਾਲ ਵੀ ਜਿੰਨਾ ਕੁ ਚਿਰ ਰਿਹਾ ਤੂੰ, ਉਸ ਤੋਂ ਬਾਅਦ ਖਹਿਰਾ ਸਾਹਿਬ ਨੇ ਵੱਖਰਾ ਗਰੁੱਪ ਬਣਾ ਲਿਆ, ਫਿਰ ਤੂੰ ਖਹਿਰਾ ਸਾਹਿਬ ਨਾਲ ਚਲਾ ਗਿਆ। ਫਿਰ ਜਦੋਂ ਉਹਦੀ ਜਿਹੜੀ ਹੈ ਗੁੱਡੀ ਥੱਲੇ ਨੂੰ ਡਿੱਗਣੀ ਸ਼ੁਰੂ ਹੋਈ, ਫਿਰ ਤੂੰ ਦਿੱਲੀ ਸਰਨਿਆਂ ਕੋਲੇ ਚਲਾ ਗਿਆ, ਔਰ ਸਰਨਿਆਂ ਨੇ ਤੈਨੂੰ ਇਹ ਜਿਹੜਾ ਆਰਐਸ ਘਟੌੜਾ ਉਰਫ ਏਲੀਅਸ ਜਥੇਦਾਰ ਰਣਜੀਤ ਸਿੰਘ ਹੈ, ਇਹਦੇ ਨਾਲ ਮਿਲਾਤਾ। ਫਿਰ ਤੂੰ ਇਹਦੀਆਂ ਸਟੇਜਾਂ ਸਾਂਭਣ ਲੱਗ ਗਿਆ, ਔਰ ਜੋ ਬਕਵਾਸ ਸਾਡੇ ਪ੍ਰਤੀ ਜਾਂ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਕਰਨ ਲੱਗ ਗਿਆ। ਉੱਥੇ ਨਹੀਂ ਤੂੰ ਰੁਕਿਆ। ਉਸ ਤੋਂ ਬਾਅਦ ਤੂੰ ਸਿੰਘੂ ਜਿਹੜਾ ਇੱਥੇ ਜਿਹੜਾ ਸ਼ੰਭੂ ਲੱਗਿਆ ਸੀਗਾ, ਦੀਪ ਸਿੱਧੂ ਦਾ ਇੱਕ ਨੇ ਮੋਰਚਾ ਬਣਾ ਕੇ ਲੱਗਿਆ, ਫਿਰ ਤੂੰ ਉਹਦਾ ਸਟੇਟ ਸੈਕਟਰੀ ਬਣ ਗਿਆ, ਉੱਥੇ ਵੀ ਤੂੰ ਉਹੀ ਬਕਵਾਸ ਕਰਦਾ ਰਿਹਾ। ਇਹ 9 ਥਾਵਾਂ 10 ਥਾਵਾਂ ਪਿਛਲੇ 2009 ਤੋਂ 10 ਸਾਲਾਂ ਦੇ ਵਿੱਚ ਤੁਸੀਂ ਬਦਲੀਆਂ। ਮੈਂ ਇਹ ਤਾਂ ਨਹੀਂ ਕਹਿੰਦਾ ਵੀ ਤੂੰ ਬਾਪ ਬਦਲਿਆ, ਪਰ ਜੋ ਪੋਲਿਟਿਕਸ ਦੇ ਵਿੱਚ ਜੇ ਕਿਤੇ ਜਾਂਦੇ ਆ ਤੇ ਕਿਸੇ ਨੂੰ ਗੁਰੂ ਧਾਰਦੇ ਆ ਜਾਂ ਕਿਸੇ ਨੂੰ ਲੀਡਰ ਮੰਨਦੇ ਆ ਤਾਂ ਉਹ ਬਾਪ ਸਮਾਨ ਹੀ ਬਣ ਕੇ ਚੱਲਣਾ ਪੈਂਦਾ। ਤੇ ਇਹ ਤੂੰ ਮੈਨੂੰ ਯਾਰ ਕੀ ਉਂਗਲਾਂ ਠਾਉਣਾ, ਮੇਰੇ ਤੇ ਕੀ ਗੱਲਾਂ ਕਰਦਾ, ਤੇਰੇ ਨਾਲ ਮੇਰਾ ਲੈਣਾ ਦੇਣਾ ਕੀ ਹੈ, ਤੇਰੇ ਨਾਲ ਮੇਰਾ ਲੈਵਲ ਕੀ ਭਿੜਦਾ, ਐਵੇਂ ਤੂੰ ਬਕਵਾਸ ਕਰੀ ਜਾਂਦਾ, ਪਤਾ ਨਹੀਂ ਕਿਹਦਾ ਪਾਲਤੂ ਤੂੰ ਛੱਡਿਆ ਖੱਬਾ ਕਿ ਸੱਜਾ ਕਿਸੇ ਦਾ, ਐਵੇਂ ਹੀ ਬੋਲੀ ਜਾਂਦਾ ਯਾਰ। ਮੈਂ ਜਵਾਬ ਕੀ ਮੰਗਿਆ ਔਰ ਮੈਂ ਇਹਦੇ ਚ ਗਲਤ ਕੀ ਕਿਹਾ ਹੈ? ਮੈਂ ਫੇਰ ਕਹਿਣਾ ਰਣਜੀਤ ਸਿੰਘ ਉਰਫ ਆਰਐਸ ਘਟੌੜਾ ਨਾਂ ਦਾ ਬਣ ਕੇ ਆ 2000 ਦੂਜਾ ਕਿੰਨੇ ਦੇ ਵਿੱਚ ਇਹਨੇ 2 ਐਫੀਡੇਵਿਟ ਫਾਈਲ ਕੀਤੇ ਪੁੱਟਾ ਦੇ ਵਿੱਚ, ਤੇ 1997 ਦੇ ਵਿੱਚ 598 ਨੰਬਰ ਕੋਠੀ ਖਰੀਦੀ, ਜਿਹਦੇ ਵਿੱਚ ਲਿਖਿਆ ਆਰਐਸ ਘਟੌੜਾ ਤੇ ਸਨ ਆਫ ਸ਼੍ਰੀ ਸੰਤਾ ਸਿੰਘ। ਇਹ ਮੈਂ ਨਹੀਂ ਕਹਿੰਦਾ, ਇਹ ਰਿਕਾਰਡ ਬੋਲਦਾ, ਔਰ ਇਹਨੂੰ ਅੱਜ ਵੀ ਜਾ ਕੇ ਪੁੱਛ ਲਓ। ਇਹ ਨਾ ਆਰਐਸ ਘਟੌੜਾ ਲਿਖਣਾ ਕੋਈ ਗਲਤ ਨਹੀਂ ਹੈ, ਲਿਖ ਲਿਆ। ਵੱਡੀ ਗੱਲ ਇਹਦੇ ਚ ਜਿਹੜੀ ਇਹਨੇ ਬੇਅਦਬੀ ਕੀਤੀ ਹੈ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋ ਤਾਂ ਦਾੜੀ ਬੰਨ ਕੇ ਤੇ ਤੁਸੀਂ ਉਹ ਆਪਦਾ ਭੇਸ ਵਟਾ ਕੇ ਰਜਿਸਟਰੀ ਕਰਾ ਕੇ ਆਏ ਹੋ। ਮੇਰਾ ਇੱਕੋ ਹੀ ਸਵਾਲ ਹੈ ਵੀ ਤੁਹਾਡੀ ਕੀ ਮਜਬੂਰੀ ਸੀ? ਇਹ ਜੇ ਉਹਨਾਂ ਨੇ ਨਹੀਂ ਦੱਸਣਾ ਤਾਂ ਜਿਹੜਾ ਬਣਿਆ ਫਿਰਦਾ ਤੂੰ ਮੂਰਾ ਸਿਪਾ ਸਲਾਰ, ਤੂੰ ਦੱਸ ਦੇ ਭਾਈ। ਫਿਰ ਇਹਨੇ ਆ 5/4/2021 ਦੀ ਜਿਹੜੀ ਹੈਗੀ ਹੈ ਪ੍ਰੈਸ ਕਾਨਫਰੰਸ ਹੈਗੀ ਆ, ਜਿਹੜਾ ਦਿੱਲੀ ਦੇ ਵਿੱਚ ਸਰਨਿਆਂ ਨਾਲ ਤੇ ਜੀਕੇ ਨਾਲ ਰਲ ਕੇ ਜਿਹੜਾ ਇਲੈਕਸ਼ਨ ਲੜ ਰਿਹਾ, ਜਿਹੜੀਆਂ ਸੀਟਾਂ ਤੇ ਇਹਨੇ ਬੰਦੇ ਖੜੇ ਕੀਤੇ ਆ ਸਰਨਿਆਂ ਨੇ ਨਹੀਂ ਖੜੇ ਕੀਤੇ, ਤੇ ਨਾਲ ਜੀਕੇ ਨੇ ਵੀ ਨਹੀਂ ਕੀਤੇ। ਜੀਕੇ ਸਾਹਿਬ ਆਸ਼ੀਰਵਾਦ ਲੈ ਕੇ ਆਉਂਦੇ ਅਮਿਤ ਸ਼ਾਹ ਤੋਂ ਤੇ ਨਾਗਪੁਰ ਵਾਲ ਤੋਂ ਚਲਦੀਆਂ ਗੱਲਾਂ ਜਿਹੜੀਆਂ, ਤੇ ਜਿਹੜੇ ਸਰਨੇ ਆ ਇਹਨਾਂ ਦਾ ਮੈਂ ਚਿੱਠਾ ਤੁਹਾਨੂੰ ਸਾਹਮਣੇ ਬਾਅਦ ਸਾਰਾ ਕੁਝ ਦਿਖਾ ਦੇਣਾ। ਪਰ ਇਹ 5/4/2021 ਦੀ ਇਹਨਾਂ ਦੀ ਪ੍ਰੈਸ ਕਾਨਫਰੰਸ ਹੈ ਸਾਂਝੀ, ਅੱਜ ਵੀ YouTube ਤੇ ਪਈ ਹੈ, ਜਿਹਦੇ ਵਿੱਚ ਇਹਨਾਂ ਨੇ ਬੰਦੇ ਖੜੇ ਕਰਨੇ ਸੀ। ਹੁਣ ਸਰਨੇ ਕੌਣ ਹੈ? ਸਰਨਿਆਂ ਬਾਰੇ ਵੈਸੇ ਤਾਂ ਸਾਰੇ ਜਾਣਦੇ ਆ ਵੀ ਇਹ ਦਿੱਲੀ ਦੇ ਕਮੇਟੀ ਦੇ ਪ੍ਰਧਾਨ ਰਹੇ ਹੈ, ਤੇ ਪ੍ਰਧਾਨ ਕਿਹਦੀ ਛਤਰਛਾਇਆ ਨਾਲ ਰਹੇ ਆ? ਇਹ ਗਾਂਧੀ ਪਰਿਵਾਰ ਦੀ ਨਾਲ। ਆ ਵੀ ਤੁਹਾਡੇ ਸਾਹਮਣੇ ਆ ਸਾਰਾ ਕੁਝ ਕਿ ਕਿਸ ਤਰ੍ਹਾਂ ਗਾਂਧੀ ਪਰਿਵਾਰ ਨਾਲ ਕਿਸ ਕਿਸਮ ਦੀ ਨੇੜਤਾ ਹੈ। ਉਸ ਤੋਂ ਅੱਗੇ ਚਲੇ ਜਾਂਦੇ ਆ, ਇਹ ਇੱਕ ਨਹੀਂ ਫੋਟੋਆਂ ਪਰਿਵਾਰਿਕ ਤੌਰ ਤੇ ਵੀ ਜਦੋਂ ਘਰੇ ਜਾਂਦੇ ਆ
ਬੜੇ ਚੰਗੇ ਪਰਿਵਾਰਿਕ ਸੰਬੰਧ ਕਾਂਗਰਸ ਨਾਲ ਜਿਹੜੇ ਹੈਗੇ ਆ ਉਹ ਮੈਡਮ ਸੋਨੀਆ ਗਾਂਧੀ ਨਾਲ ਸਰਨਿਆਂ ਦੇ ਹੈਗੇ ਆ। ਇੱਥੇ ਨਹੀਂ ਰੁਕਦੀ ਗੱਲ। ਮੈਡਮ ਸੋਨੀਆ ਗਾਂਧੀ ਦਾ ਫੋਨ ਆਉਂਦਾ ਕੈਪਟਨ ਅਮਰਿੰਦਰ ਸਿੰਘ ਨੂੰ, ਤੇ 14 ਜੁਲਾਈ 2017 ਨੂੰ ਪਰਮਜੀਤ ਸਿੰਘ ਸਰਨਾ ਐਡਵਾਈਜ਼ਰ ਟੂ ਸੀਐਮ ਅਮਰਿੰਦਰ ਸਿੰਘ। ਇਹ ਮੈਂ ਥੋੜੀ ਲਾਇਆ, ਇਹ ਤੁਹਾਡੇ ਚਾਚੇ ਪਟਿਆਲੇ ਵਾਲੇ ਨਹੀਂ ਲਾਇਆ ਜਿਨ੍ਹਾਂ ਨਾਲ ਤੁਸੀਂ ਸਾਂਝਾਂ ਪਾਲਦੇ ਹੋ। ਤੇ ਇਹ ਹੁਣ ਮੇਰਾ ਤਾਂ ਜਵਾਬ ਕੋਈ ਤਾਂ ਦੇ ਦਿਓ ਯਾਰ ਤੁਹਾਡੇ ਚੋਂ ਕਿ ਤੁਸੀਂ ਕਾਂਗਰਸੀਆਂ ਦੀ ਕੁੱਛੜ 'ਚ ਬਹਿ ਕੇ ਇਲੈਕਸ਼ਨ ਲੜਦੇ ਹੋ ਤੇ ਤੁਸੀਂ ਸਾਰਾ ਦਿਨ ਕੱਲਾ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਪਰਿਵਾਰ ਨੂੰ ਗਾਲਾਂ ਕੱਢਦੇ ਹੋ। ਇਹਦਾ ਮਤਲਬ ਕੀ ਨਿਕਲਦਾ? ਮੇਰਾ ਤਾਂ ਇੱਕੋ ਹੀ ਜਵਾਬ ਦੇ ਦਿਓ ਕਿ ਤੁਸੀਂ ਦਾੜੀ ਬੰਨ ਕੇ ਜਿਹੜੀ ਹੈਗੀ ਹੈ ਇਹ ਆਰਐਸ ਘਟੌੜਾ ਬਣ ਕੇ ਰਜਿਸਟਰੀ ਕਿਉਂ ਕਰਾਈ? ਦੂਜਾ ਜਿਹੜਾ ਤੁਸੀਂ ਕਹਿੰਦੇ ਸੀ ਕਿ ਘਰ ਜਿਹੜਾ ਸੀ ਐਸਜੀਪੀਸੀ ਦੇ ਮੈਂਬਰ ਨੂੰ ਦੇਤਾ ਸੀ ਨਾ, 12 ਸਾਲ ਮੈਡੀਕਲ ਸੁਪਰਡੈਂਟ ਵਾਲੀ ਕੋਠੀ ਤੁਸੀਂ 12 ਸਾਲ ਰੱਖੀ ਹੈ ਔਰ ਤੁਸੀਂ ਗਾਲਾਂ ਵੀ ਉਦੋਂ ਹੀ ਕੱਢਣ ਲੱਗੇ ਹੋ ਜਿੱਦਣ ਥੋਥੋਂ ਕੋਠੀ ਖਾਲੀ ਕਰਾ ਲਈ, ਕਿਉਂਕਿ ਕਾਨੂੰਨ ਕਹਿੰਦਾ ਸੀ ਕਿ ਜਥੇਦਾਰ ਸਾਹਿਬ ਦੀ ਰਿਹਾਇਸ਼ ਜਿਹੜੀ ਹੈ ਸਾਬਕਾ ਹੋ ਜਾਣ ਤਾਂ ਉਹਨਾਂ ਨੂੰ ਉੱਥੇ ਕੋਈ ਦਿੱਤੀ ਨਹੀਂ ਜਾ ਸਕਦੀ, ਪਰ ਤੁਸੀਂ ਫੇਰ ਵੀ 12 ਸਾਲ ਕਬਜ਼ਾ ਕਰਕੇ ਕਿਉਂ ਕਬਜ਼ਾ ਕਰਕੇ ਰੱਖਿਆ? ਔਰ ਤੀਜੀ ਗੱਲ, ਤੁਸੀਂ ਇਹ ਕਾਂਗਰਸੀਆਂ ਨਾਲ ਰਲ ਕੇ ਇਲੈਕਸ਼ਨ ਲੜ ਰਹੇ ਹੋ, ਤੁਹਾਡੀ ਕੀ ਮਜਬੂਰੀ ਹੈ? ਜੇ ਮੈਂ ਕੋਟਕਪੂਰੇ ਦਾ ਭਾਸ਼ਣ ਸੁਣਦਾ ਜਾਂ ਜਿੱਥੇ ਜਿੱਥੇ ਵੀ ਇਹ ਬਕਵਾਸ ਕਰਨ ਜਾਂਦੇ ਆ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਕੱਲਾ ਬਾਦਲ ਪਰਿਵਾਰ ਦੇ ਖਿਲਾਫ ਬੋਲਣ ਤੋਂ ਇਲਾਵਾ ਕਿਸੇ ਦੇ ਖਿਲਾਫ ਨਹੀਂ ਬੋਲਦੇ ਔਰ ਤੁਸੀਂ ਬਿਨਾਂ ਕਿਸੇ ਗੱਲ ਤੋਂ ਝੂਠ ਫੈਲਾ ਰਹੇ ਹੋ। ਇਸ ਕਰਕੇ ਜੋਗਾ ਸਿਆ ਮੈਂ ਤੇਰੀਆਂ ਗੱਲਾਂ ਦਾ ਬਾਲੀਆਂ ਦਾ ਜਵਾਬ ਨਹੀਂ ਸੀ ਦੇਣਾ। ਉਹ ਸਾਡੇ ਸੱਜਣ ਨੇ ਜਿਹੜੇ ਨੇ ਕਿਹਾ ਮੈਨੂੰ ਕਿ ਤੁਸੀਂ ਜਿਹੜਾ ਇਹ ਝੂਠ ਦਾ ਜਵਾਬ ਜਿੰਨਾ ਚਿਰ ਨਹੀਂ ਦਿੰਦੇ ਤਾਂ ਝੂਠ ਦਾ ਜਵਾਬ ਨਾ ਦੇਣਾ ਵੀ ਇੱਕ ਕਿਸਮ ਦਾ ਇਹ ਮੰਨ ਲਿਆ ਜਾਂਦਾ ਕਿ ਸ਼ਾਇਦ ਇਹ ਜਿਹੜਾ ਬੰਦਾ ਬੋਲ ਰਿਹਾ ਸੱਚ ਹੀ ਬੋਲ ਰਿਹਾ। ਇਸ ਕਰਕੇ ਭਰਾਵਾ ਮੈਂ ਕੀ ਹੈ ਇਹ ਮੇਰੇ ਇਲਾਕੇ ਦੇ ਲੋਕਾਂ ਨੂੰ ਪਤਾ ਹੈ ਔਰ ਇੱਥੋਂ ਤੱਕ ਵੀ ਮੇਰੇ ਗਿੱਦੜਵੇ ਦੇ ਲੋਕ ਤਾਂ ਅੱਜ ਕਹਿੰਦੇ ਸੀ, ਕਹਿੰਦੇ ਬਾਈ ਸਾਨੂੰ ਇਹਦਾ ਐਡਰੈਸ ਹੀ ਦੇ ਜੇ, ਅਸੀਂ ਘਰੇ ਜਾ ਕੇ ਇਹਨੂੰ ਜਮਾਬੰਦੀਆਂ ਫੜਾ ਆਈਏ ਨਾਲੇ ਮਾੜਾ ਮੋਟਾ ਮਾਨ ਤਾਨ ਕਰੇ ਆਉਣੇ ਆ। ਇਸ ਕਰਕੇ ਗੱਲਾਂ ਬੰਦੇ ਨੂੰ ਉਹ ਬੋਲਣੀਆਂ ਚਾਹੀਦੀਆਂ ਜਿਹੜੀਆਂ ਦੇ ਵਿੱਚ ਕੋਈ ਤੰਤ ਹੋਵੇ ਤੇ ਜਿਹੜੀਆਂ 'ਚ ਕੋਈ ਦਮ ਹੋਵੇ। ਜਿਹੜਾ ਤੂੰ ਕਹਿਣਾ ਨਾ ਮੇਰੇ ਕੋਲੇ ਬਹੁਤ ਚਿੱਠਾ ਹੈ ਤੇ ਦੂਜਾ ਉਹ ਮੈਂ ਦੱਸਣ ਨੂੰ ਤਿਆਰ ਹੈ, ਉਹ ਭਾਈਆ ਮੇਰੇ ਪਿੰਡ ਆ ਜਾ ਤੇ ਮੇਰੇ ਪਿੰਡ ਵਾਲੇ ਦੱਸ ਦੇਣਗੇ ਤੈਨੂੰ ਵੀ ਮੈਂ ਕਿੰਨੇ ਕੁ ਕਰੋੜਾਂ ਇਕੱਠੇ ਕਰ ਲਏ ਕਿ ਨਹੀਂ ਕਰ ਲਏ। ਉਹ ਯਾਰ ਤੁਹਾਨੂੰ ਇੰਨੀ ਵੀ ਨਹੀਂ ਸਮਝ ਆਉਂਦੀ। ਪੰਜਾਬ ਦੇ ਵਿੱਚ ਤਹਿਸੀਲਦਾਰ ਹੋਣ ਦਾ ਮਾਇਨਾ ਕੀ ਹੈ? ਕੀ ਮਾਇਨਾ ਹੈ? ਤਹਿਸੀਲਦਾਰ ਕੀ ਕਰ ਸਕਦਾ ਤੇ ਕੀ ਕਮਾ ਸਕਦਾ ਹੈ? ਮੈਂ ਤਹਿਸੀਲਦਾਰੀ ਨੂੰ ਠੋਕਰ ਮਾਰ ਕੇ ਵੀ ਮੈਂ ਇੱਕ ਪੋਲਿਟਿਕਸ ਕਰ ਰਿਹਾ ਇਮਾਨਦਾਰੀ ਦੀ। ਜੇ ਮਨਪ੍ਰੀਤ ਸਿੰਘ ਬਾਦਲ ਵੇਲੇ ਓਐਸਡੀ ਰਿਹਾ, ਮੈਂ ਕੋਈ ਤਨਖਾਹ ਨਹੀਂ ਲਈ ਵੱਖਰੀ, ਨਾ ਕੋਈ ਗੱਡੀ ਦੀ। ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨਾਲ ਰਿਹਾ, ਮੈਂ ਕੋਈ ਓਐਸਡੀ ਦੀ ਤਨਖਾਹ ਨਹੀਂ ਲਈ, ਕੋਈ ਸਰਕਾਰੀ ਗੱਡੀ ਨਹੀਂ ਲਈ ਤੇ ਕਦੇ ਕੋਈ ਸਹੂਲਤ ਨਹੀਂ ਲਈ। ਤੇ ਜੇ ਮੈਂ ਇੱਕ ਗੱਲ ਕਹਿ ਦਿਆਂ ਕਿ ਤੁਸੀਂ ਤੇ ਕਰਪਸ਼ਨ ਦੀਆਂ ਗੱਲਾਂ ਕਰਦੇ ਹੋ ਯਾਰ, ਪ੍ਰਮਾਤਮਾ ਨੇ ਸਾਨੂੰ ਆ ਹੱਥ ਦਿੱਤੇ ਐ, ਇੱਥੇ ਦਿਮਾਗ ਪਾਇਆ, ਚੱਲਣ ਨੂੰ ਲੱਤਾਂ ਦਿੱਤੀਆਂ ਔਰ ਕਮਾਈ ਕਰਨ ਨੂੰ ਜਿਹੜੇ ਹੈਗੇ ਆ ਇਹ ਸਾਨੂੰ ਇੱਕ ਲੋਕਾਂ ਦੀ ਸੋਚ ਪ੍ਰਤੀ ਕੰਮ ਕਰਨ ਪ੍ਰਤੀ ਇੱਕ ਇਹ ਲੋਕਾਂ ਨੇ ਜਜ਼ਬਾ ਦਿੱਤਾ ਹੈ। ਤੇ ਤੁਸੀਂ ਕਿਹੜੀਆਂ ਗੱਲਾਂ ਕਰੀਆਂ ਨੇ ਯਾਰ? ਤੂੰ ਖੁਦ ਕਦੇ ਤੂੰ ਕਿਸਾਨਾਂ ਦਾ ਲੀਡਰ ਬਣਦਾ, ਕਦੇ ਤੂੰ ਬੁੱਧੀਜੀਵੀਆਂ ਦਾ ਲੀਡਰ ਬਣਦਾ, ਕਦੇ ਤੂੰ ਇਹ ਜਥੇਦਾਰ ਸਾਹਿਬ ਦਾ ਪਤਾ ਨਹੀਂ ਕੀ ਬਣਦਾ ਤੇ ਕਦੇ ਤੂੰ ਸਿਆਸੀ ਲੀਡਰਾਂ ਚੋਂ ਲੀਡਰ ਬਣਦਾ। ਉਹ ਮੈਨੂੰ ਦੀ 100-150 ਗ੍ਰਾਮ ਤਾਂ ਤੇਰੇ ਕੋਲੋਂ ਜਦੋਂ ਮਰਜ਼ੀ ਫੀਮ ਫੜ ਲਓ, ਤੂੰ ਫੀਮ ਨਾਲ ਤਾਂ ਰੱਜਿਆ ਹੁੰਦਾ। ਇਸ ਕਰਕੇ ਮੇਰਾ ਵੀਰ ਬਾਜ ਆ ਜਾ, ਤੇਰੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ, ਨਾ ਮੈਂ ਤੇਰੇ ਹਰਕੇ ਨਾਲ ਕੋਈ ਲੜਨਾ ਚਾਹਣਾ ਤੇ ਨਾ ਬਕਵਾਸ ਕਰੀ, ਨਹੀਂ ਤਾਂ ਇਹ ਨਾ ਹੋਵੇ 2009 ਵਾਲਾ ਕਿਤੇ ਫੇਰ ਦੁਹਰਾਇਆ ਜਾਵੇ। ਇਹ ਦੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ। ਮੇਰਾ ਕੋਈ ਲੈਣਾ ਦੇਣਾ ਨਹੀਂ, ਤੂੰ ਜਿਹਦੇ ਨਾਲ ਮੇਰੇ ਨਹੀਂ ਕੈਪਟਨ ਨਾਲ ਰਹਿ, ਮੇਰੇ ਨਹੀਂ ਗਾਂਧੀ ਪਰਿਵਾਰ ਨਾਲ ਰਹਿ, ਮੇਰੇ ਨਹੀਂ ਦੀਪ ਸਿੱਧੂ ਨਾਲ ਰਹਿ, ਮੇਰੇ ਨਹੀਂ ਸਰਨਿਆਂ ਨਾਲ ਰਹਿ, ਕਿਸੇ ਨਾਲ ਹੀ ਰਹੀ ਜਾ, ਮੈਨੂੰ ਕੋਈ ਇਤਰਾਜ਼ ਨਹੀਂ। ਪਰ ਜੇ ਅੱਜ ਤੋਂ ਬਾਅਦ ਕਿਸੇ ਗੱਲੋਂ ਬਕਵਾਸ ਕੀਤੀ ਇਹਦਾ ਮੈਂ ਤੈਨੂੰ ਕਾਨੂੰਨੀ ਨੋਟਿਸ ਵੀ ਭੇਜ ਰਿਹਾ ਜਿਹੜਾ ਭੇਜ ਰਿਹਾ। ਇਸ ਕਰਕੇ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਲੋਕਾਂ ਦੇ ਵਿੱਚ ਭਰਮ ਪਾਉਣ ਵਾਲੀਆਂ, ਝੂਠ ਫੈਲਾਉਣ ਵਾਲੀਆਂ, ਅਫਵਾਹਾਂ ਫੈਲਾਉਣ ਵਾਲੀਆਂ ਗੱਲਾਂ ਜਿਹੜੀਆਂ ਇਹ ਨਹੀਂ ਕਰਨੀਆਂ ਚਾਹੀਦੀਆਂ। ਮੈਂ ਫਿਰ ਅਖੀਰ ਦੇ ਵਿੱਚ ਪਾਰਟੀ ਦੇ ਹਰ ਉਸ ਇਨਸਾਨ ਨੂੰ ਬੇਨਤੀ ਕਰੂੰਗਾ ਕਿ ਕਿਰਪਾ ਕਰਕੇ ਪਾਰਟੀ ਦੇ ਵਿੱਚ ਕਿਸੇ ਵੀ ਲੀਡਰ ਤੇ ਜਿਹਦੇ ਪ੍ਰਤੀ ਤੁਸੀਂ ਜਾਣਦੇ ਹੋ, ਮੈਂ ਨਹੀਂ ਕਹਿੰਦਾ ਵੀ ਮੇਰੇ ਪ੍ਰਤੀ ਕੋਈ ਬੋਲੇ ਨਾ, ਮੈਂ ਤਾਂ ਜਵਾਬ ਦੇ ਲੂੰਗਾ। ਪ੍ਰਮਾਤਮਾ ਨੇ ਇੰਨਾ ਕੁ ਸਾਧਨ ਤੇ ਜਾਂ ਗੱਲਾਂ ਜਾਂ ਮਤਲਬ ਕਰਨ ਦਾ ਦਿੱਤਾ ਹੈ, ਪਰ ਮੈਂ ਬੇਨਤੀ ਕਰੂੰਗਾ ਕਿ ਜੇ ਤੁਹਾਡੇ ਹਲਕੇ ਦਾ ਹੋਵੇ, ਤੁਹਾਡੇ ਜ਼ਿਲ੍ਹੇ ਦਾ ਹੋਵੇ, ਪਾਰਟੀ ਦੇ ਕਿਸੇ ਵੀ ਲੀਡਰ ਤੇ ਕੋਈ ਝੂਠੀ ਲਾਂਛਨ ਲਾਉਂਦਾ, ਕੋਈ ਦੋਸ਼ ਲਾਉਂਦਾ, ਕੋਈ ਝੂਠੀ ਅਫਵਾਹ ਫੈਲਾਉਂਦਾ, ਕਿਰਪਾ ਕਰਕੇ ਜਿਹੜਾ ਤੁਸੀਂ ਉਹਨੂੰ ਜਾਤੀ ਤੌਰ ਤੇ ਜਾਣਦੇ ਹੋ ਉਹਦਾ ਜਵਾਬ ਦਿਓ। ਕਿਉਂਕਿ ਅਸੀਂ ਅੱਗੇ ਭੁਗਤਣਾ ਹੀ ਇਸੇ ਗੱਲ ਦਾ ਭੁਗਤਿਆ ਕਿ ਜਿਹੜੇ ਸਾਡੇ ਵਿਰੋਧੀ ਸੀ ਉਹ ਝੂਠ ਬੋਲੀ ਗਏ, ਬਕਵਾਸ ਕਰੀ ਗਏ, ਲੋਕਾਂ 'ਚ ਅਫਵਾਹਾਂ ਫੈਲਾਈ ਗਏ ਤੇ ਅਸੀਂ ਸਮਝੀ ਗਏ ਕਿ ਅਸੀਂ ਸੱਚੇ ਹਾਂ, ਸਾਨੂੰ ਕੀ ਲੋੜ ਪਈ ਹੈ। ਤੇ ਇਸੇ ਗੱਲ ਨੇ ਸਾਨੂੰ ਜਿਹੜਾ ਹੈਗਾ ਬਹੁਤ ਪਾਰਟੀ ਦੇ ਵਿੱਚ ਪਿੱਛੇ ਕਰਤਾ ਸੀ, ਨੁਕਸਾਨ ਕਰਤਾ ਸੀ। ਇਸ ਕਰਕੇ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਤੇ ਅਖੀਰ ਦੇ ਵਿੱਚ ਮੈਂ ਸਮੁੱਚੇ ਪੰਜਾਬੀਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰੂੰਗਾ, ਇਹ ਭਰਾਵੋ ਵੱਡੀਆਂ ਚਾਲਾਂ ਹੈ ਜਿਹੜੀਆਂ ਬੇਅਦਬੀ ਕਰਾਉਣੀ, ਪੰਜਾਬ ਦੇ ਵਿੱਚ
ਅੱਗਾਂ ਲਵਾਉਣੀਆਂ, ਪੰਜਾਬ ਨੂੰ ਡਿਸਟਰਬ ਕਰਨਾ, ਸਾਨੂੰ ਆਪਸ 'ਚ ਭਰਾਵਾਂ ਨੂੰ ਲੜਾਉਣਾ। ਕਿਸੇ ਪਾਸਿਓਂ ਕੋਈ ਵੀ ਬੋਲਦਾ ਹੈ ਤੇ ਇੱਕ ਸਿੱਖ ਜੇ ਦੂਜੇ ਸਿੱਖ ਦੀ ਪੱਗ ਲਾਉਣ ਨੂੰ ਪੈਂਦਾ, ਇਹ ਕੋਈ ਸਾਡੇ ਲਈ ਸ਼ੋਭਾ ਨਹੀਂ ਦਿੰਦੀ। ਪਰ ਇਹ ਸੋਚੋ ਸਹੀ, ਤਾਕਤਾਂ ਕਿਹੜੀਆਂ ਹੈ? ਇਹ ਜਿਹੜਾ ਵੀ ਕੋਈ ਸਿੱਖ ਲੀਡਰ ਉੱਠਦਾ ਉਹਦੇ ਖਿਲਾਫ ਤਾਕਤਾਂ ਕਿਉਂ ਉੱਠਦੀਆਂ? ਇਹ ਇੰਨੇ ਕਿਉਂ ਤਿਲ ਮਿਲਾ ਪੈਂਦੇ ਆ? ਇਸ ਕਰਕੇ ਇਹ ਤੁਸੀਂ ਵੱਖਰੀ ਮੁਹਿੰਮ ਲੈ ਕੇ ਚੱਲੇ ਹੋ। ਜਿਸ ਦਿਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੀ ਫੈਸਲਾ ਹਾਈ ਕੋਰਟ ਚੋਂ 4/1/2021 ਨੂੰ ਹੋਇਆ, ਉਦੋਂ ਤਾਂ ਤੁਸੀਂ ਬੋਲੇ ਨਹੀਂ। ਇਹ ਵੀ ਜਵਾਬ ਲੈ ਦਿਓ ਮੈਨੂੰ ਜੋਗਾ ਸਿਆ ਕਿ ਤੁਸੀਂ ਆ ਜਿਹੜੀ ਸਿੱਟ ਦੀ ਜਿਹੜੀ ਗੋਲੀकांड ਦੀ ਸਿੱਟ ਰੱਦ ਹੋ ਗਈ ਤੇ ਤੁਹਾਨੂੰ 7 ਕੱਪੜਿਆਂ ਨੂੰ ਅੱਗਾਂ ਲੱਗ ਗਈਆਂ। ਯਾਰ ਤੁਹਾਨੂੰ ਗੁਰੂ ਸਾਹਿਬ ਤਾਂ ਵੱਡਾ ਹੀ ਨਹੀਂ ਫਿਰ ਇਹਦਾ ਮਤਲਬ, ਤੇ ਤੁਹਾਨੂੰ ਤਾਂ ਵੱਡਾ ਉਹ ਸੀ ਵੀ ਜੇ ਇਹਦੇ 'ਚ ਕਿਤੇ ਨਾ ਕਿਤੇ ਝੂਠੇ ਸੱਚੇ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾ ਲਈਏ। ਇਸ ਕਰਕੇ ਮੇਰੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ, ਜੇ ਸਿਆਸਤ ਕਿਸੇ ਵੀ ਪਾਰਟੀ 'ਚ ਕਿਸੇ ਨੂੰ ਚੰਗੀ ਲੱਗਦੀ ਹੈ ਕਰੋ, ਕਿਰਪਾ ਕਰਕੇ ਆਪਾਂ ਪੰਜਾਬ ਦੇ ਵਾਤਾਵਰਣ 'ਚ ਐਸੇ ਦੂਸ਼ਟ ਭਰੇ ਸ਼ਬਦ ਨਾ ਫੈਲਾਈਏ ਕਿ ਜਿਹੜੇ ਕਿਸੇ ਨੂੰ ਚੰਗੇ ਨਾ ਲੱਗਣ। ਇਹ ਸਾਨੂੰ ਵੀ ਕੌੜੇ ਸ਼ਬਦ ਜਾਂ ਤੁਹਾਡੇ ਪ੍ਰਤੀ ਗਲਤ ਭੈੜੇ ਸ਼ਬਦ ਤਾਂ ਹੀ ਵਰਤਣੇ ਪੈਂਦੇ ਆ ਕਿਉਂਕਿ ਤੁਸੀਂ ਆਊਟ ਆਫ ਦੀ ਵੇ ਜਾ ਕੇ ਬੋਲ ਰਹੇ ਹੋ, ਤੁਸੀਂ ਭੈੜੀਆਂ ਗੱਲਾਂ ਕਰ ਰਹੇ ਹੋ। ਐਸਜੀਪੀਸੀ ਦੀ ਗੋਲਕ ਖਾ ਗਏ ਜੀ, ਫਲਾਨਾ ਖਾ ਗਏ ਜੀ, ਧੌਂਕਾ ਖਾ ਗਏ ਜੀ। ਉਹ ਭਾਈਆ ਤੂੰ ਜਿਹੜੀ ਖਾਧੀ ਫਿਰ 2 ਸਾਲਾਂ 'ਚ ਜਥੇਦਾਰ ਬਣ ਕੇ ਫਿਰ ਉਹ ਦੱਸ ਦੇ। ਤੂੰ ਜਾਂਦਾ ਕਹਿੰਦੇ ਵੀ ਮੈਂ ਇੰਨੀ ਖਾਧੀ ਸੀ, ਇਹ ਇੰਨੀ ਖਾਂਦੇ ਆ। ਐਵੇਂ ਝੂਠ ਫੈਲਾਈ ਜਾਂਦੇ ਹੋ ਯਾਰ। ਆਪਦੀ ਐਡੀ ਵੱਡੀ ਸੰਸਥਾ ਨੂੰ ਤੁਸੀਂ ਖੁਦ ਬਦਨਾਮ ਕਰ ਰਹੇ ਹੋ। ਸਾਨੂੰ ਦੁਸ਼ਮਣਾਂ ਦੀ ਕੀ ਲੋੜ ਹੈ ਜੇ ਤੁਹਾਡੇ ਵਰਗੇ ਸਿੱਖ ਹੈਗੇ ਵਿੱਚ? ਔਰ ਸਿੱਖ ਤਾਂ ਮੈਂ ਕਿਵੇਂ ਕਵਾਂ? ਇਹਦਾ ਮਤਲਬ ਤੁਸੀਂ ਕਿਸੇ ਦੀ ਉਂਗਲ ਤੇ ਹੀ ਚੜੇ ਫਿਰਦੇ ਹੋ। ਸਾਨੂੰ ਕੋਈ ਇਤਰਾਜ਼ ਨਹੀਂ ਜਦੋਂ ਇਲੈਕਸ਼ਨ ਹੋਏ ਐਸਜੀਪੀਸੀ ਦੇ, ਤੁਸੀਂ ਲੜ ਲਿਓ, ਭਾਵੇਂ ਕਾਂਗਰਸ ਨਾਲ ਰਲ ਕੇ ਹੀ ਲੜ ਲਿਓ ਜਿਵੇਂ ਤੁਸੀਂ ਆਹ ਬੈਠ ਕੇ ਲੜੀ ਜਾਂਦੇ ਆ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਘੱਟੋ ਘੱਟ ਯਾਰ ਆਪਣੀਆਂ ਸੰਸਥਾਵਾਂ ਦਾ ਨਾਮ ਬਦਨਾਮ ਕਰੋ ਨਾ, ਇਹਨਾਂ ਗੱਲਾਂ 'ਚ ਸੰਸਥਾਵਾਂ ਨਾ ਬਦਨਾਮ ਕਰੋ। ਬਾਕੀ ਸਾਡੇ ਖਿਲਾਫ ਪੋਲੀਟੀਕਲ ਲੜਾਈ ਲੜਨੀ ਹੈ ਲੜੋ, ਔਰ ਜਥੇਦਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਦਾ ਨਾਮ ਲੈ ਕੇ ਕਿਰਪਾ ਕਰਕੇ ਲੋਕਾਂ 'ਚ ਜਾਇਆ ਵੀ ਨਾ ਕਰੋ, ਕਿਉਂਕਿ ਜਦੋਂ ਤੁਸੀਂ ਸਿਆਸੀ ਗੱਲ ਕਰਨੀ ਹੈ ਤੇ ਸਾਡੀ ਐਡੀ ਵੱਡੀ ਸੰਸਥਾ ਦਾ ਨਾਮ ਲੈ ਕੇ ਉਹ ਮੇਰਾ ਖਿਆਲ ਹੈ ਕਿ ਸਾਡੀ ਸੰਸਥਾ ਦਾ ਨਾਂ ਕੱਟਦਾ ਹੈ। ਇਸ ਕਰਕੇ ਸਾਰੀ ਦੁਨੀਆ ਜਾਣਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਕੀ ਹੈ ਕੀ ਨਹੀਂ। ਉਸੇ ਸ਼੍ਰੋਮਣੀ ਅਕਾਲੀ ਦਲ ਦੇ ਰਹਿਮੋ ਕਰਮ ਤੇ ਦੂਸਰਾ ਤੁਸੀਂ ਇੱਥੋਂ ਤੱਕ ਪਹੁੰਚੇ ਸੀਗੇ ਸਾਰੇ, ਇਹ ਵੀ ਮੈਨੂੰ ਪਤਾ ਹੈ। ਤੁਹਾਡੀਆਂ ਆਪ ਦੀਆਂ ਕੀ ਗੱਲਾਂ ਬਾਤਾਂ ਮੈਂ ਉਹਨਾਂ 'ਚ ਪੈਣਾ ਨਹੀਂ ਚਾਹੁੰਦਾ, ਪਰ ਜੇ ਇਸ ਚੀਜ਼ ਨੂੰ ਤੁਸੀਂ ਅੱਗੇ ਵਧਾਓਗੇ, ਭਾਵੇਂ ਜੋਗਾ ਸਿੰਘ ਹੋਵੇ ਤੇ ਭਾਵੇਂ ਇਹ ਜਥੇਦਾਰ ਰਣਜੀਤ ਸਿੰਘ ਹੋਵੇ, ਜੇ ਤੁਸੀਂ ਜਾਤੀ ਤੌਰ ਤੇ ਪੁੱਠਾ ਸਿੱਧਾ ਕਿਸੇ ਦੇ ਖਿਲਾਫ ਬੋਲਾਂਗੇ ਤਾਂ ਅਸੀਂ ਇਹਦਾ ਮੂੰਹ ਤੋੜਵਾ ਜਵਾਬ ਦੇਵਾਂਗੇ। ਅੱਕੇ ਪਏ ਆ ਭਰਾਵੋ, ਨਾ ਹੁਣ ਸਾਡਾ ਤੁਸੀਂ ਇਮਤਿਹਾਨ ਨਾ ਲਓ। ਇਸ ਕਰਕੇ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰੂੰਗਾ, ਮੈਂ ਇੱਕ ਸਧਾਰਨ ਜੱਟ ਦਾ ਪੁੱਤ ਹਾਂ, ਨਾ ਮੈਂ ਕੋਈ ਅਮੀਰ ਹੈ ਤੇ ਨਾ ਮੈਂ ਕੋਈ ਗਰੀਬ ਹੈ। ਜਿਸ ਕਿਸਮ ਦਾ ਇਹਨੇ ਗਰੀਬ ਬਣਾ ਕੇ ਪੇਸ਼ ਕੀਤਾ, ਮੈਂ ਤਾਂ ਹੀ ਦੱਸੀ ਹੈ ਵੀ ਮੇਰੇ ਤਾਂ ਤੀਜੀ ਚੌਥੀ 'ਚ ਪੜ੍ਹਦਿਆਂ ਸਾਡੀ ਸਰਪਲਸ 'ਚ ਜ਼ਮੀਨ ਨਿਕਲੀ, 5 ਤਾਇਆਂ ਦੇ ਹੋਣ ਦੇ ਬਾਵਜੂਦ। ਦਾਦਾ ਵੀ ਸਾਡਾ ਜਿਉਂਦਾ ਸੀ ਉਸ ਵੇਲੇ। ਇਸ ਕਰਕੇ ਜਿਹਦੀ ਸਰਪਲਸ 'ਚ ਜ਼ਮੀਨ ਨਿਕਲਦੀ ਹੈ ਉਹ ਪਤਾ ਹੁੰਦਾ ਵੀ ਜੇ ਕਿੰਨੀ ਘਟੇਰੀ ਹੋਵੇ ਤਾਂ ਹੀ ਨਿਕਲਦੀ ਹੈ। ਮੈਂ ਕੋਈ ਬਹੁਤਾ, ਮੈਂ ਫਿਰ ਦੁਹਰਾ ਦਿਆਂ, ਕੋਈ ਅਮੀਰ ਨਹੀਂ, ਨਾ ਮੈਨੂੰ ਪੈਸੇ ਦਾ ਲਾਲਚ ਹੈ। ਲੋਕਾਂ ਦਾ ਪਿਆਰ ਚਾਹੀਦਾ, ਸਤਿਕਾਰ ਚਾਹੀਦਾ। ਔਰ ਸ਼੍ਰੋਮਣੀ ਅਕਾਲੀ ਦਲ ਜਿਹੜੀ ਦੇਸ਼ ਦੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਹੈ, ਉਹਦੇ ਪਾਰਟੀ ਦੇ ਪ੍ਰਧਾਨ ਸਾਹਿਬ ਦਾ ਆਸ਼ੀਰਵਾਦ ਹੋਵੇ, ਪਾਰਟੀ ਦਾ ਆਸ਼ੀਰਵਾਦ ਹੋਵੇ, ਇਦੋਂ ਵੱਡਾ ਹੋਰ ਕੀ ਚਾਹੀਦਾ? ਲੋਕਾਂ 'ਚ ਨਾਂ ਤੇ ਮਾਨ ਸਨਮਾਨ ਹੀ ਚਾਹੀਦਾ, ਉਹ ਬਹੁਤ ਹੈਗਾ। ਤੁਹਾਡੇ ਵਰਗਿਆਂ ਦੇ ਚਿੱਕੜ ਸਿੱਟਣ ਨਾਲ ਕਦੇ ਕੋਈ ਧੁੰਦਲਾ ਨਹੀਂ ਹੋ ਜਾਊਗਾ। ਇਹ ਮੈਂ ਤੁਹਾਨੂੰ ਬੇਨਤੀ ਕਰਾਂ, ਨਾ ਇੱਕ ਦੂਜੇ ਨੂੰ ਆਪਾਂ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰੋ। ਸਾਰਿਆਂ ਦਾ ਧੰਨਵਾਦ। ਉਮੀਦ ਕਰਦੇ ਹਾਂ ਕਿ ਜਿੱਥੇ ਵੀ ਕਿਸੇ ਨੇ ਉਹਦੀ ਵੀਡੀਓ ਟੈਗ ਕੀਤੀ ਹੈ ਉਹਨੂੰ ਟੈਗ ਜ਼ਰੂਰ ਕਰ ਦਿਓ, ਉਹਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ, ਉਹਦੇ ਕਮੈਂਟਾਂ 'ਚ ਥੱਲੇ ਪਾ ਦਿਓ ਤਾਂ ਕਿ ਉਹਨੂੰ ਜਵਾਬ ਮਿਲ ਸਕੇ ਕਿ ਮੇਰੀਆਂ ਗੱਲਾਂ ਦਾ, ਉਹਦੀਆਂ ਗੱਲਾਂ ਦਾ ਕੀ ਜਵਾਬ ਹੈ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ।